सतनाम श्री वाहिगुरु जी। हर कीयां कथा कहानियां गुरमीत सुनाइया। बलिहारी तिस गुर को हाँ बल बल जइया। पति पावन कृपा निदान चवर छतर अते ताकत दे मालिक साहिब श्री गुरु ग्रंथ साहिब महाराज जी की पावन पवित्र हजूरी अंदर जुड़ बैठी सरबत साध संगत जी रसना नूं करिए पवित्र आखो जी। वाहिगुरु जी का खालसा वाहिगुरु जी की फतेह। धन साहिब श्री गुरु नानक देव महाराज जपजी साहिब दे विच फरमान कर रहे हैं। 23वीं पौड़ी की व्याख्या आपां ने करनी है। वाहिगुरु 24वीं पौड़ी की व्याख्या आपां ने करनी है। 30वीं की कल कीती सी। पातशाह जी कहंदे ने अंत ना सिफती कहन ना अंत। परमात्मा जी दे वाहिगुरु जी दे गुणां दा कोई हद बन्ना नहीं है ते उन्हां दा गिणती भर भी अंत नहीं पाया जा सकता। अंत न करना लेन न अंत। पातशाह जी कहंदे ने अकाल पुरख वाहिगुरु रचना दा दाता है ते ओरियां दातां दा अंत नहीं पाया जा सकता। अंत ना वेखन सुनन ना अंत। अखां दे नाल वेखना ते कन्नां दे नाल सुनना। अंतां अखां दे नाल वेख के कन्नां दे नाल सुन के भी उहदे गुणां दा अंत नहीं पाया जा सकता। अंत न जापै क्या मन मंत। अकाल पुरख दे मन विच केड़ी सलाह है, ये गल दा भी कोई अंत नहीं पा सकिया। अंत न जापै कीता आकार। अकाल पुरख ने यह जगत जो दिस रहा है बनाया होया है, किवें बनाया इहदा भी कोई अंत नहीं पा सकिया। अंत न जापै पारावार। इहदा उरला ते परला हद बनना किहड़ा है, इहदा भी कोई अंत नहीं पा सकिया। उसी उदा सनातन के मुताबिक असीं बड़ियां गतिविधियां बनाइया ने कि 2.5 चूलियां दे विच समुंदर पी लिया जां 2.5 कदमां धरती। सतगुरु जी कहते नहीं प्यारिओ, इदां दा कुछ नहीं है। इहदा हद बनना की है, ये परमात्मा जानदा है। तां करके कहते इहदे हद बनने का भी उरला ते परले बनने का भी कोई अंत नहीं पा सकिया। उरले अते परले किनारे का भी अंत नहीं कोई पा सकिया। अंत कारण केते बिरलाए। कई मनुख अकाल पुरख दे हद मने नूं लभण दे लई तरले लै रहे हैं। जिवें हुण साइंस अनेकां तरह दीयां खोजां करदी है, पर वो खोजां की करदी है, वो कुदरत दे नाल खिलवाड़ हो जाता है। जिहड़ी वो खोज करदी है, वो खोज का गलत रिजल्ट निकल जाता है। ते सतगुरु जी कहते अनेकां मनुखां ने इहदे हद बनने नूं लभण की कोशिश की है, तरले लै रहे हैं।
ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ, ਹੁਣ ਤੱਕ ਜਿੰਨੇ ਹੋ ਗਏ ਨੇ 554 ਸਾਲ ਹੋ ਗਏ, ਤੇ ਸਤਿਗੁਰੂ ਜੀ ਨੇ 554 ਸਾਲ ਦਾ ਪ੍ਰਕਾਸ਼ ਪੁਰਬ ਕਿੰਨਾ ਚਿਰ ਪਹਿਲਾਂ ਇਹ ਗੁਰਬਾਣੀ ਦੇ ਵਿੱਚ ਲਿਖ ਦਿੱਤਾ ਹੈ। ਸਾਇੰਸ ਨੇ ਖੋਜਾਂ ਕਰਨੀਆਂ ਅੱਜ ਸ਼ੁਰੂ ਕੀਤੀਆਂ ਨੇ, ਪਰ ਸਤਿਗੁਰੂ ਜੀ ਕਹਿੰਦੇ ਉਦੋਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਲਿਖਿਆ ਹੈ ਕਿ ਮਨੁੱਖ ਇਹਦੇ ਹੱਦ ਬੰਨੇ ਲੱਭਣ ਦੇ ਲਈ, ਸੰਸਾਰ ਦੇ ਲਈ ਤਰਲੇ ਰਹਿ ਰਹੇ ਨੇ, ਭਾਲ ਕਰ ਰਹੇ ਨੇ ਇਹਦਾ ਹੱਦ ਬੰਨਾ ਕਿੱਥੇ ਕੁ ਤੱਕ ਗਏ। ਅਸੀਂ ਵੇਖਦੇ ਹਾਂ ਨਾ, ਕੋਈ ਚੰਦਰਯਾਨ ਜਾਂਦਾ ਹੈ, ਕਦੇ ਕੁਛ ਜਾਂਦਾ ਹੈ, ਪਰ ਇਹਦਾ ਹੱਦ ਬੰਨਾ ਕੋਈ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਤਾਂ ਕਿ ਅੰਤ ਨ ਪਾਏ ਜਾਏ, ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਬ੍ਰਹਿਮੰਡ ਕਿਤਨਾ ਕੁ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹੋ ਅੰਤ ਨਾ ਜਾਣੈ ਕੋਏ। ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਦੇ ਗੁਣਾਂ ਦਾ ਇਹ ਹੱਦ ਬੰਨਾ, ਜਿਸ ਦੀ ਜੀਵ ਬੇਅੰਤ ਭਾਲ ਕਰ ਰਹੇ ਨੇ, ਅਨੇਕਾਂ ਹੀ ਜੀਵ ਇਹਦੀ ਭਾਲ ਕਰ ਰਹੇ ਨੇ, ਇਹਦਾ ਕੋਈ ਹੱਦ ਬੰਨਾ ਨਹੀਂ ਹੈ। ਬਹੁਤਾ ਕਹੀਏ ਬਹੁਤਾ ਹੋਏ। ਜਿਉਂ-ਜਿਉਂ ਅਸੀਂ ਇਹ ਗੱਲ ਕਹੀਏ ਕਿ ਬਹੁਤਾ ਹੈ, ਬਹੁਤ ਵੱਡਾ ਹੈ, ਤਾਂ ਇਹ ਬਹੁਤਾ ਹੀ ਹੈ। ਜਿਵੇਂ ਜਿਵੇਂ ਅਸੀਂ ਸੋਚਦੇ ਹਾਂ ਕਿ ਇੱਥੇ ਤੱਕ ਹੋਏਗਾ, ਜਦੋਂ ਉੱਥੇ ਤੱਕ ਪਹੁੰਚਦੇ ਹਾਂ ਕਹਿੰਦੇ ਇਹ ਹੋਰ ਵੱਡਾ ਸਾਨੂੰ ਨਜ਼ਰ ਆਉਂਦਾ ਹੈ। ਤਾਂ ਕਰਕੇ ਕਹਿੰਦੇ ਇਹਦਾ ਆਕਾਰ ਬਹੁਤ ਵੱਡਾ ਹੈ। ਉਹ ਸਾਇੰਸ ਭਾਵੇਂ ਜਿਤਨੇ ਮਰਜ਼ੀ ਅੰਦਾਜ਼ੇ ਲਾਈ ਜਾਵੇ ਵੀ ਸੂਰਜ ਤੋਂ ਧਰਤੀ ਇਤਨੀ ਕੁ ਦੂਰ ਹੈ, ਮੰਗਲ ਇਤਨਾ ਕੁ ਦੂਰ ਹੈ, ਸ਼ਨੀ ਇਤਨਾ ਕੁ ਦੂਰ ਹੈ, ਚੰਦਰਮਾ ਇਤਨਾ ਕੁ ਦੂਰ ਹੈ, ਪਰ ਸਤਿਗੁਰੂ ਜੀ ਕਹਿੰਦੇ ਇਹ ਅੰਦਾਜ਼ੇ ਸਭ ਬੇਅਰਥ ਨੇ, ਨਾਸਵੰਤ ਨੇ। ਇਹਨਾਂ ਅੰਦਾਜ਼ਿਆਂ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਇਹਦਾ ਹੱਦ ਬੰਨਾ ਕਿੱਥੇ ਕੁ ਤੱਕ ਇਹ ਸਮਾਇਆ ਹੋਇਆ ਹੈ, ਇਹ ਪਰਮਾਤਮਾ ਵਾਹਿਗੁਰੂ ਜਾਣਦਾ ਹੈ। ਤੇ ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਨੇ, ਵੱਡਾ ਸਾਹਿਬ ਉੱਚਾ ਥਾਓ। ਅਕਾਲ ਪੁਰਖ ਵੱਡਾ ਹੈ ਤੇ ਉਹਦਾ ਟਿਕਾਣਾ ਵੀ ਉੱਚਾ ਹੈ। ਉੱਚੇ ਉੱਪਰ ਉੱਚਾ ਨਾ ਹੋ, ਉਹ ਨਿਮਾਣਾ ਵੀ ਹੈ ਤੇ ਉਹ ਉੱਚਾ ਵੀ ਹੈ, ਉਹਦਾ ਨਾਮ ਵੀ ਉੱਚਾ ਹੈ। ਏਵੜ ਉੱਚਾ ਕਹੀਏ ਕੋਏ, ਏਵੜ ਉੱਚਾ ਹੋਵੇ ਕੋਏ। ਸਤਿਗੁਰੂ ਜੀ ਕਹਿੰਦੇ ਜੇ ਕੋਈ ਉਸ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਬਰਾਬਰ ਦਾ ਵੱਡਾ ਹੋਵੇ ਤੇ ਉੱਚੇ ਕੋ ਜਾਣੈ ਸੋਏ, ਉਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ ਕਿ ਉਹ ਕਿੱਡਾ ਵੱਡਾ ਹੈ। ਜੇ ਵੜਿਆ ਜਾਣੈ ਆਪੋ ਆਪ, ਪਰ ਅਕਾਲ ਪੁਰਖ ਜਿਤਨਾ ਕੋਈ ਵੱਡਾ ਨਹੀਂ ਹੈ, ਉਹਦੇ ਬਰਾਬਰ ਦਾ ਕੋਈ ਨਹੀਂ ਹੈ। ਤਾਂ ਕਰਕੇ ਅਕਾਲ ਪੁਰਖ ਆਪ ਹੀ ਜਾਣਦਾ ਹੈ, ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਕੁ ਵੱਡਾ ਹੈ, ਉਹਦੀ ਪਦਵੀ ਕਿਤਨੀ ਕੁ ਵੱਡੀ ਹੈ। ਨਾਨਕ ਨਦਰੀ ਕਰਮੀ ਦਾਤ। ਤਾਂ ਤੇ ਕਹਿੰਦੇ ਇਹ ਨਾਨਕ ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਖਸ਼ਿਸ਼ ਹੁੰਦੀ ਹੈ ਤੇ ਉਹਦੀ ਸਿਫਤ ਸਲਾਘਾ ਦੇ ਵਿੱਚ ਜੁੜਿਆ ਕਰ। 25ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ। ਅਕਾਲ ਪੁਰਖ ਦੀ ਬਖਸ਼ਿਸ਼ ਇੰਨੀ ਵੱਡੀ ਹੈ ਕਿ ਲਿਖੀ ਨਹੀਂ ਜਾ ਸਕਦੀ। ਜੇ ਅਸੀਂ ਲਿਖਣ ਬੈਠੀਏ ਤਾਂ ਲਿਖੀ ਨਹੀਂ ਜਾਣੀ ਉਹਦੀ ਸਿਫਤ ਸਲਾਘਾ। ਵੱਡਾ ਦਾਤਾ ਤਿਲਣਾ ਤੁਮਾਏ। ਉਹਦੀਆਂ ਬੜੀਆਂ ਵੱਡੀਆਂ ਦਾਤਾਂ ਨੇ ਤੇ ਉਸ ਪਰਮਾਤਮਾ ਨੂੰ ਰੱਤਾ ਭਰ ਵੀ ਲਾਲਚ ਨਹੀਂ ਹੈ। ਤਿਲ ਕਿਹਾ ਜਾਂਦਾ ਹੈ ਕੀੜੀ ਜਿੰਨਾ, ਕੀੜੀ ਤਿਲਣਾ ਹੋਵਣੀ, ਜਿਹੜਾ ਗਿਣਤੀ 'ਚ ਨਾ ਆਵੇ। ਸਤਿਗੁਰੂ ਜੀ ਕਹਿੰਦੇ ਉਹਨੂੰ ਰੱਤਾ ਭਰ ਵੀ, ਪਰਮਾਤਮਾ ਨੂੰ ਰੱਤਾ ਭਰ ਵੀ ਲਾਲਚ ਨਹੀਂ ਹੈ।
ਕਿਤੇ ਮੰਗੈ ਜੋਰਿ ਅਪਾਰ। ਬਹੁਤ ਵੱਡੇ ਵੱਡੇ ਸੂਰਮੇ ਬਲਵਾਨ ਯੋਧੇ ਉਹਦੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਦਰ ਤੋਂ ਮੰਗ ਰਹੇ ਨੇ, ਉਹਦੇ ਦਰ ਤੋਂ ਮੰਗ ਰਹੇ ਹਨ। ਕੀਤੀਆ ਗਣਤ ਨਾਹੀ ਵਿਚਾਰ। ਤੇ ਮੰਗਣ ਵਾਲੇ ਕਈ ਹੋਰ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਦੀ ਵਿਚਾਰ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਨੇ, ਕਿੰਨੇ ਕੁ ਜੀਵ ਪ੍ਰਮਾਤਮਾ ਤੋਂ ਮੰਗ ਰਹੇ ਨੇ। ਕਿਤੇ ਖੱਪ ਖੱਪ ਟੁੱਟੈ ਵਿਕਾਰ। ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਦੇ ਵਿੱਚ ਖੱਪ ਗਏ ਹਨ ਤੇ ਨਾਸ ਹੋ ਰਹੇ ਨੇ। ਕਿਤੇ ਲੈ ਲੈ ਮੁੱਕਰ ਪਾਹੇ। ਕਈ ਜੀਵ ਬੇਅੰਤ ਜੀਵ ਇੱਦਾਂ ਦੇ ਹੈ, ਉਹ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਉਂਦੇ, ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਤੇ ਪ੍ਰਾਪਤ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਉਹਦੇ ਦਰ ਤੋਂ ਪਦਾਰਥਾਂ ਨੂੰ ਪ੍ਰਾਪਤ ਕਰਕੇ ਮੁੱਕਰ ਜਾਂਦੇ ਆ। ਸਤਿਗੁਰੂ ਜੀ ਦੇ ਦਰ ਤੋਂ ਹਰੇਕ ਪਦਾਰਥ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਲੈ ਲੈ ਮੁੱਕਰ ਪਾਏ। ਕਿਤੇ ਲੈ ਲੈ ਮੁੱਕਰ ਪਾਏ। ਕਈ ਪ੍ਰਮਾਤਮਾ ਦੇ ਦਰ ਤੋਂ ਦਾਤਾਂ ਲੈ ਕੇ, ਪਦਾਰਥ ਲੈ ਕੇ ਮੁੱਕਰ ਜਾਂਦੇ ਹਨ ਤੇ ਉਹਦਾ ਸ਼ੁਕਰ ਨਹੀਂ ਕਰਦੇ, ਪ੍ਰਮਾਤਮਾ ਦੀ ਵਡਿਆਈ ਨਹੀਂ ਕਰਦੇ। ਫਿਰ ਵੀ ਇਹ ਉਚਾਰਦੇ ਨੇ ਕਿ ਪ੍ਰਮਾਤਮਾ ਤੂੰ ਮੇਰੇ ਨਾਲ ਗਲਤ ਕੀਤਾ, ਰੱਬ ਨੇ ਮੇਰੇ ਨਾਲ ਆਹ ਗਲਤ ਕਰ ਦਿੱਤਾ। ਕਿਤੇ ਮੂਰਖ ਖਾਈ ਖਾਏ। ਅਨੇਕਾਂ ਮੂਰਖ ਨੇ ਜੋ ਪਦਾਰਥ ਲੈ ਲੈ ਕੇ ਖਾ ਰਹੇ ਨੇ, ਦਤਾਰ ਨੂੰ ਚੇਤੇ ਨਹੀਂ ਰੱਖਦੇ, ਪ੍ਰਮਾਤਮਾ ਦੀ ਸਿਫਤ ਸਲਾਘਾ ਨਹੀਂ ਕਰਦੇ। ਕਿਤੇ ਆ ਦੁਖ ਭੁਖਤ ਮਾਰ। ਸਤਿਗੁਰੂ ਜੀ ਕਹਿੰਦੇ ਅਨੇਕਾਂ ਜੀਵਾਂ ਨੂੰ ਸਦਾ ਮਾਰ ਪੈਂਦੀ ਹੈ। ਕਲੇਸ਼ ਅਤੇ ਭੁੱਖ ਹੀ ਭਾਗਾਂ ਦੇ ਵਿੱਚ ਲਿਖੀ ਹੋਈ ਹੈ ਉਹਨਾਂ ਦੇ, ਕਿਉਂਕਿ ਉਹਨਾਂ ਨੇ ਪ੍ਰਮਾਤਮਾ ਨੂੰ ਚੇਤਿਆ ਨਹੀਂ ਹੈ। ਉਹਨਾਂ ਦੇ ਕਲੇਸ਼ ਲਿਖਿਆ ਹੈ, ਭਾਗਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਭੁੱਖ ਲਿਖੀ ਹੋਈ ਹੈ। ਕੀਤੀਆ ਦੁਖ ਭੁਖਤ ਮਾਰ। ਇਹ ਪੇ ਦਾਤ ਤੇਰੀ ਦਾਤਾਰ। ਪਰ ਹੈ ਅਕਾਲ ਪੁਰਖ ਦੇਨਹਾਰ। ਪ੍ਰਮਾਤਮਾ ਜੀਓ ਇਹ ਸਭ ਤੇਰੀਆਂ ਹੀ ਬਖਸ਼ਿਸ਼ਾਂ ਹਨ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਤੁਹਾਡੀ ਰਜਾ ਸਮਝ ਆਉਂਦੀ ਹੈ। ਜੇ ਤੁਹਾਡੀ ਰਜਾ ਸਮਝ ਨਾ ਆਵੇ ਤੇ ਤੁਹਾਡੇ ਨਾਲ ਜੁੜਿਆ ਨਹੀਂ ਜਾਂਦਾ। ਜੇ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨਾ ਆਉਣ ਤੇ ਸਤਿਗੁਰੂ ਜੀ ਕਹਿੰਦੇ ਨੇ ਤੁਹਾਡੀ ਰਜਾ ਸਮਝ ਦੇ ਵਿੱਚ ਨਹੀਂ ਆਉਂਦੀ। ਇਹ ਵੀ ਦਾਤ ਤੇਰੀ ਦਾਤਾਰ, ਇਹ ਵੀ ਤੁਹਾਡੀ ਹੀ ਦਾਤ ਹੈ। ਬੰਦ ਖਲਾਸੀ ਭਾਣਾ ਹੋਏ। ਕਹਿੰਦੇ ਜਦੋਂ ਤੁਹਾਡੀ ਰਜਾ ਸਮਝ ਆ ਜਾਂਦੀ ਹੈ ਤੇ ਮਾਇਆ ਦੇ ਮੋਹ ਤੋਂ ਛੁਟਕਾਰਾ ਹੋ ਜਾਂਦਾ ਹੈ, ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਤੁਰਿਆ ਜਾਂਦਾ ਹੈ। ਫਿਰ ਹੀ ਪ੍ਰਮਾਤਮਾ ਦੀ ਰਜਾ ਦੇ ਵਿੱਚ ਤੁਰਨਾ ਚੰਗਾ ਲੱਗਦਾ ਹੈ ਮਨੁੱਖ ਨੂੰ। ਹੋਰ ਆਖ ਨਾ ਸਕੈ ਕੋਏ। ਪਾਤਸ਼ਾਹ ਜੀ ਕਹਿੰਦੇ ਰਜਾ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਹੈ ਪ੍ਰਮਾਤਮਾ ਦੇ ਦਰ ਤੇ ਕਬੂਲ ਹੋਣ ਦਾ, ਜਿਹਦੇ ਨਾਲ ਮਾਇਆ ਦੇ ਬੰਧਨ ਕੱਟੇ ਜਾ ਸਕਣ, ਮੋਹ ਤੋਂ ਛੁਟਕਾਰਾ ਮਿਲ ਸਕੇ, ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਸਕੇ ਮਨੁੱਖ। ਪ੍ਰਮਾਤਮਾ ਦੀ ਰਜਾ ਤੇ ਵਿੱਚ ਤੁਰੇ ਤੋਂ ਬਿਨਾ ਇਹ ਸਭ ਪ੍ਰਾਪਤ ਨਹੀਂ ਹੁੰਦਾ। ਜੇ ਕੋ ਖਾਏ ਕੱਖਣ ਪਾਏ। ਪਰ ਜੇ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ, ਉਹ ਜਾਣੈ ਜੀਤੀਆ ਮੋਖਾਏ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹੀ ਜਾਣਦਾ ਹੈ। ਉਹ ਆਪਣੀ ਮੂਰਖਤਾ ਦੇ ਨਾਲ ਸੰਸਾਰ ਦੇ ਵਿੱਚ ਕਿੰਨੀਆਂ ਕੁ ਚੋਟਾਂ ਆਪਣੇ ਮੂੰਹ ਤੇ ਖਾਂਦਾ ਹੈ। ਭਾਵ ਕੂੜ ਤੋਂ ਬਚਣ ਦੇ ਲਈ ਹੋਰ ਤਰੀਕਾ ਅਪਣਾਉਂਦਾ ਹੈ। ਪਰਮਾਤਮਾ ਦੇ ਦਰ ਤੋਂ ਛੱਡ ਕੇ ਹੋਰ ਦਰ ਤੇ ਜਾਂਦਾ ਹੈ, ਹੋਰ ਭਟਕਣਾ ਦੇ ਵਿੱਚ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹੀ ਜਾਣਦਾ ਹੈ ਫਿਰ ਮਨੁੱਖ ਕਿ ਉਹ ਕਿੰਨਾ ਕੁ ਭਟਕ ਰਿਹਾ ਹੈ। ਅੱਜ ਵੀ ਅਸੀਂ ਵੇਖਦੇ ਹਾਂ ਨਾ ਪਿਆਰਿਓ, ਇਹ ਕਹਿਣ ਨੂੰ ਨਿੰਦਿਆ ਵੱਜ ਜਾਂਦੀ ਹੈ, ਪਰ ਕੰਡੇ ਨੂੰ ਕੰਡਾ ਕਹਿਣਾ ਤੇ ਫੁੱਲ ਨੂੰ ਫੁੱਲ ਕਹਿਣਾ ਨਿੰਦਿਆ ਨਹੀਂ ਹੁੰਦੀ। ਅੱਜ ਵੀ
ਧਰਮ ਦੇ ਵਿੱਚ ਮਿਲਾਵਟ ਇੰਨੀ ਜ਼ਿਆਦਾ ਹੈ ਕਿ ਸਤਿਗੁਰੂ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਵਰਤ ਕੇ ਵੱਡੇ ਵੱਡੇ ਸਥਾਨ ਚੱਲ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਵੱਡੇ ਵੱਡੇ ਡੇਰੇ ਚੱਲ ਰਹੇ ਨੇ, ਬੜੇ ਵੱਡੇ ਬਾਬੇ ਬਣੇ ਹੋਏ ਹੈ। ਪਰ ਜਿਹੜੇ ਇਹ ਨਹੀਂ ਕਹਿੰਦੇ ਕਿ ਸਤਿਗੁਰੂ ਜੀ ਦੀ ਬਾਣੀ ਪੜ੍ਹਿਆ ਕਰੋ, ਉਹਨਾਂ ਨੂੰ ਆਪਣੇ ਤੱਕ ਮਤਲਬ ਹੈ। ਕੋਈ ਕਹਿੰਦਾ ਹੈ ਜਿੰਨੇ ਵੀ ਨਾਮਦਾਨ ਦੇਣ ਵਾਲੇ ਬਾਬੇ ਹੈ, ਮੈਂ ਕਦੇ ਨਹੀਂ ਵੇਖੇ ਇਹ ਗੱਲ ਕਹਿੰਦੇ ਕਿ ਗੁਰਦੁਆਰਾ ਸਾਹਿਬ ਜਾਇਆ ਕਰੋ। ਇਹ ਕੋਈ ਨਹੀਂ ਕਹਿੰਦਾ। ਤੇ ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਦੇ ਦਰ ਤੋਂ ਬਿਨਾਂ ਮਨੁੱਖ ਹੋਰ ਵਸੀਲਾ ਕਰਦਾ ਹੈ, ਸਤਿਗੁਰੂ ਜੀ ਦੇ ਦਰ ਨੂੰ ਛੱਡ ਕੇ ਦੁਨਿਆਵੀ ਵਸੀਲਿਆਂ ਦੇ ਵਿੱਚ ਉਲਝਦਾ ਹੈ, ਦੁਨਿਆਵੀ ਵਸੀਲਿਆਂ ਨੂੰ ਅਪਣਾਉਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਦਰ ਤੋਂ ਉਹਨੂੰ ਚੋਟਾਂ ਹੀ ਮਿਲਦੀਆਂ ਨੇ, ਉਹ ਸਫਲ ਨਹੀਂ ਹੁੰਦਾ। ਮੁਕਤੀ ਦਾ ਦਰ ਤੇ ਕੇਵਲ ਗੁਰਬਾਣੀ ਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਮੁਕਤੀ ਤਾਂ ਮਿਲੇਗੀ ਜੇ ਅਸੀਂ ਸਤਿਗੁਰੂ ਜੀ ਦੇ ਦਰ ਤੇ ਆ ਕੇ ਆਰਾਧਨਾ ਕਰਾਂਗੇ, ਸਤਿਗੁਰੂ ਜੀ ਦੀ ਯਾਦ ਦੇ ਵਿੱਚ ਜੋੜਾਂਗੇ। ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਨੇ, ਆਪੇ ਜਾਣੈ ਆਪੇ ਦੇ। ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਮਨੁੱਖ ਨੂੰ ਕਿਹੜੇ ਵੇਲੇ ਕਿਹੜੀ ਦਾਤ ਦੇਣੀ ਹੈ। ਤੇ ਆਪਾਂ ਹੁਣ ਇਹ ਗੱਲ ਕਰਦੇ ਆ ਨਾ ਕਿ ਕਰਮਾ ਸੰਧੜਾ ਖੇਤ, ਜਿਵੇਂ ਦੇ ਮਨੁੱਖ ਕਰਮ ਕਰੀ ਜਾਂਦਾ ਹੈ ਤਿਵੇਂ ਦੀਆਂ ਉਹਨੂੰ ਦਾਤਾਂ ਪ੍ਰਾਪਤ ਹੋਈ ਜਾਂਦੀਆਂ ਨੇ। ਸਤਿਗੁਰੂ ਜੀ ਬੜਾ ਕੁਝ ਜਪਜੀ ਸਾਹਿਬ ਦੇ ਵਿੱਚ ਸਮਝਾਉਂਦੇ ਹੈ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਮੁਕਤੀ ਪ੍ਰਾਪਤ ਕਰਨੀ ਹੈ ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਆ ਕੇ ਹੀ ਤੁਹਾਨੂੰ ਜਿਹੜੀ ਹੈ ਇਹ ਮੁਕਤੀ ਪ੍ਰਾਪਤ ਹੋ ਸਕਦੀ ਹੈ। ਹੋਰ ਕੋਈ ਹੀਲਾ ਵਸੀਲਾ ਸੰਸਾਰ ਦੇ ਵਿੱਚ ਜਿੰਨੇ ਵੀ ਚੱਲਦੇ ਹੈ ਉਹ ਕਿਸੇ ਕੰਮ ਨਹੀਂ ਆਉਂਦਾ। ਸਤਿਗੁਰੂ ਜੀ ਕਿੰਨਾ ਕੁਝ ਸਾਨੂੰ ਸਮਝਾਉਂਦੇ ਹੈ। ਆਖੇ ਸੇ ਪੇਕੇ ਕੇ, ਸਤਿਗੁਰੂ ਜੀ ਕਹਿੰਦੇ ਅਨੇਕਾਂ ਇਹ ਗੱਲ ਵੀ ਆਖਦੇ ਨੇ ਕਿ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ। ਜਿਸ ਨੂੰ ਬਖਸ਼ੈ ਸਿਫਤ ਸਲਾਹਾ, ਇਹ ਗੱਲ ਸੱਚ ਹੈ। ਸਤਿਗੁਰੂ ਜੀ ਕਹਿੰਦੇ ਜਿਹਨੂੰ ਪਰਮਾਤਮਾ ਵਾਹਿਗੁਰੂ ਜੀ ਸਿਫਤ ਸਲਾਹਾ ਬਖਸ਼ ਦਿੰਦੇ ਆ ਨਾ ਆਪਣੀ, ਜਿਹਦੇ ਕਰਮਾਂ ਦੇ ਵਿੱਚ ਇਹ ਲਿਖ ਦਿੰਦੇ ਆ, ਜਿਹਨੂੰ ਇਹ ਸੋਝੀ ਆ ਜਾਵੇ, ਉਹੀ ਪਰਮਾਤਮਾ ਦਾ ਨਾਮ ਜਪਦੇ ਆ। ਨਾਨਕ ਪਾਤਸ਼ਾਹੀ ਪਾਤਸ਼ਾਹ, ਫਿਰ ਕਹਿੰਦੇ ਉਹਦਾ ਮਨ ਇੰਨਾ ਜੁੜ ਜਾਂਦਾ ਹੈ, ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਫਿਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਤੇ ਇੱਕ ਗੱਲ ਨੋਟ ਕਰਿਓ ਪਿਆਰਿਓ, ਕੋਈ ਵੀ ਬਾਬਾ, ਕੋਈ ਵੀ ਗੁਰੂ ਆਪਣੇ ਸੇਵਕਾਂ ਨੂੰ, ਆਪਣੀ ਪ੍ਰਜਾ ਨੂੰ ਆਪਣੇ ਵਾਲਾ ਅਹੁਦਾ ਨਹੀਂ ਦਿੰਦਾ। ਇਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੇ ਆਪਣੇ ਵਾਲਾ ਅਹੁਦਾ, ਆਪਣੇ ਵਾਲਾ ਸਤਿਕਾਰ ਮਨੁੱਖ ਨੂੰ ਬਖਸ਼ ਦਿੰਦੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੂ ਨਿਵਾਸ। ਸਤਿਗੁਰੂ ਜੀ ਨੇ ਸਾਨੂੰ ਆਪਣੇ ਵਰਗਾ ਬਣਾਇਆ ਹੈ। ਇਹ ਕੋਈ ਬਾਬਾ ਕੋਈ ਇਹ ਗੱਲ ਨਹੀਂ ਕਹੇਗਾ ਕਿ ਤੁਸੀਂ ਆਓ ਤੁਸੀਂ ਮੇਰੇ ਵਰਗੇ ਬਣੋ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਵਰਗੇ ਬਣ ਕੇ ਤੁਸੀਂ ਅਕਾਲ ਪੁਰਖ ਦੇ ਉਪਾਸਕ ਬਣ ਕੇ ਪਾਤਸ਼ਾਹ ਦੀ ਪਦਵੀ ਪ੍ਰਾਪਤ ਕਰ ਸਕਦੇ ਹੋ। ਨਿਮਾਣਿਆਂ ਨੂੰ ਮਾਣ ਬਖਸ਼ਦੇ ਆ ਸਤਿਗੁਰੂ ਜੀ, ਆਪਣੇ ਵਰਗੇ ਬਣਾ ਲੈਂਦੇ ਆ। ਜਿਵੇਂ ਪਾਣੀ ਨੂੰ ਪਾਣੀ ਦੇ ਵਿੱਚ ਸਮਾਇਆ ਤੋਂ ਪਤਾ ਨਹੀਂ ਲੱਗਦਾ ਕਿ ਕਿਹੜਾ ਪਾਣੀ ਅਸੀਂ ਨੇ ਇਹਦੇ ਵਿੱਚ ਮਿਕਸ ਕੀਤਾ ਹੈ, ਤਿਵੇਂ ਹੀ ਸਤਿਗੁਰੂ ਜੀ ਕਹਿੰਦੇ ਭਗਤੀ ਕਰਨ ਵਾਲੇ ਮਨੁੱਖ ਹੁੰਦੇ ਹੈ, ਪਰਮਾਤਮਾ ਦੀ ਆਰਾਧਨਾ ਕਰਨ ਵਾਲੇ ਮਨੁੱਖ ਹੁੰਦੇ ਹੈ, ਤੇ ਉਹ ਪਰਮਾਤਮਾ ਦਾ ਸਰੂਪ ਹੀ ਹੋ ਜਾਂਦੇ ਹੈ। ਗੁਰ ਪਰਮੇਸ਼ਰ ਏਕੋ ਜਾਣ, ਕਹਿੰਦੇ ਉਹਨਾਂ ਦੀ ਬਿਰਤੀ ਫਿਰ ਗੁਰੂ ਵਾਲੀ ਹੋ ਜਾਂਦੀ ਹੈ, ਫਿਰ ਉਹ ਗੁਰੂ ਬਣ ਜਾਂਦੇ ਹੈ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇ ਮੁਕਤੀ ਹਾਸਲ ਕਰਨੀ ਹੈ, ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦਾ ਹੈ, ਤੇ ਪਰਮਾਤਮਾ ਦੇ ਦਰ ਤੇ ਆ ਕੇ ਸਿਰਫ ਇੱਕੋ ਹੀ ਪਰਮਾਤਮਾ ਦਾ ਆਰਾਧਨ ਕਰੀਏ। ਆਰਾਧਨ ਕਿਵੇਂ ਕਰਨਾ ਹੈ? ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਅਸੀਂ ਮੰਤਰ ਪੜ੍ਹ ਸਕਦੇ ਹਾਂ, ਵਾਹਿਗੁਰੂ ਮੰਤਰ ਪੜ੍ਹ ਸਕਦੇ ਹਾਂ, ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ।
ਸਾਨੂੰ ਸੌਖੇ ਮੰਤਰ ਸਤਿਗੁਰੂ ਜੀ ਨੇ ਦਿੱਤੇ ਹੋਏ। ਇਹਨਾਂ ਦੇ ਨਾਲ ਅਸੀਂ ਆਰਾਧਨ ਕਰ ਸਕਦੇ ਹਾਂ। ਸਤਸੰਗ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਸਾਨੂੰ ਸਤਸੰਗਤ ਦਾ ਕਨਸੈਪਟ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਸੰਗਤ ਸਾਨੂੰ ਸਮਝਾਈ ਹੈ, ਸਭ ਕੁਝ ਵੱਖਰਾ ਕੀਤਾ ਹੈ ਸਾਡਾ, ਤੇ ਸੌਖਾ ਹੋ ਸਕੇ ਮਨੁੱਖ, ਸੌਖੇ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਜਾ ਸਕੇ। ਸਤਿਗੁਰੂ ਜੀ ਨੇ ਕੋਈ ਵਿਚੋਲਾ ਵਿੱਚ ਨਹੀਂ ਰੱਖਿਆ, ਕੇਵਲ ਇਹ ਗੱਲ ਕਹੀ ਹੈ ਕਿ ਨਾਮ ਨੂੰ ਸਿਮਰਨਾ ਹੈ। ਕਦੇ ਕਿਹਾ ਹੈ ਕਿ ਫਲਾਣੇ ਬਾਬੇ ਨੂੰ ਪੂਜੋ, ਉਹ ਤੁਹਾਡਾ ਕੰਟੈਕਟ ਰੱਬ ਦੇ ਨਾਲ ਕਰੇਗਾ, ਨਹੀਂ। ਸਤਿਗੁਰੂ ਜੀ ਨੇ ਕੇਵਲ ਤੇ ਕੇਵਲ ਬਾਣੀ ਪੜ੍ਹਨ ਵਾਸਤੇ ਉਪਦੇਸ਼ ਦਿੱਤਾ ਹੈ, ਡਾਇਰੈਕਟਲੀ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਕਹੀ ਹੈ। ਇਹ ਹੈ 25ਵੀਂ ਪੌੜੀ ਦੀ ਵਿਆਖਿਆ। 26ਵੀਂ 27ਵੀਂ ਪੌੜੀ ਦੀ ਵਿਆਖਿਆ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਜੀ। 21 ਤਰੀਕ ਤੱਕ ਆਪਾਂ ਜਪਜੀ ਸਾਹਿਬ ਦੀ ਵਿਆਖਿਆ ਕਰਨੀ ਹੈ। ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦਿਆਂ ਦੇ ਦਿਨ ਆ ਜਾਣਗੇ, ਫਿਰ ਛੋਟੇ ਸਾਹਿਬਜ਼ਾਦਿਆਂ ਦੇ, ਤੇ 25 ਤਰੀਕ ਤੱਕ ਪੂਰੀ ਜਿਹੜੀ ਵਿਆਖਿਆ ਹੈ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਕਰਨੀ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਜਾਏਗਾ, ਫਿਰ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਣੀਆਂ ਨੇ। ਤਾਂ ਕਰਕੇ ਜਿੰਨਾ ਕੁ ਸਮਾਂ ਆਪਣੇ ਕੋਲ ਬਚਿਆ ਹੈ ਅਸੀਂ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰ ਸਕੀਏ, ਕਿਉਂਕਿ ਸਿਆਲ ਦੇ ਵਿੱਚ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਤੇ ਜੁੜਿਆ ਜਾਂਦਾ ਹੈ ਪ੍ਰਮਾਤਮਾ ਦੀ ਬੰਦਗੀ ਦੇ ਨਾਲ। ਨੀਂਦ ਵੀ ਆਰਾਮ ਦੇ ਨਾਲ ਪੂਰੀ ਹੋ ਜਾਂਦੀ ਹੈ। ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਹਾਸਲ ਕਰਨ ਵਾਸਤੇ ਵੱਧ ਤੋਂ ਵੱਧ ਸੰਗਤ ਗੁਰੂ ਦਰਬਾਰ ਵਿਖੇ ਪਹੁੰਚਿਆ ਕਰੋ ਭਾਈ, ਲਾਹੇ ਪ੍ਰਾਪਤ ਕਰਿਆ ਕਰੋ, ਤਾਂ ਕਿ ਸਾਡਾ ਜੀਵਨ ਜਿਹੜਾ ਇਹ ਸਫਲਾ ਹੋ ਸਕੇ। ਸਤਿਗੁਰੂ ਜੀ ਦੇ ਦਰ ਤੋਂ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਖੁਸ਼ੀਆਂ ਮੰਗਦੇ ਤੇ ਸਾਰੇ ਹਾਂ, ਖੁਸ਼ੀਆਂ ਮਿਲਣੀਆਂ ਕਿਵੇਂ ਨੇ ਇਹ ਵੀ ਪਤਾ ਹੈ, ਪਰ ਯਤਨ ਕੋਈ ਨਹੀਂ ਕਰਦਾ। ਤਾਂ ਕਰਕੇ ਵੱਧ ਤੋਂ ਵੱਧ ਸੰਗਤ ਗੁਰੂ ਦਰਬਾਰ ਵਿਖੇ ਪਹੁੰਚਿਆ ਕਰੋ। ਕੇਵਲ ਤੇ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਾਕਸ਼ ਬਣੀਏ। ਆਪਣੇ ਵਹਿਮਾਂ ਭਰਮਾਂ ਨੂੰ ਤਿਆਗ ਕੇ ਸਤਿਗੁਰੂ ਜੀ ਦੇ ਲੜ ਲੱਗੀਏ, ਗੁਰੂ ਵਾਲੇ ਬਣੀਏ। ਅਰਦਾਸ ਬੇਨਤੀ ਕਰੀਏ ਜੀ। ਬੋਲਦੇ ਹਾਂ, ਬਾਣੀ ਪੜ੍ਹਦੇ ਹਾਂ, ਉਚਾਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਨੇ। ਅਰਦਾਸ ਬੇਨਤੀ ਕਰੀਏ ਜੀ। ਲੇਖੇ ਕਤੇ ਨਾ ਛੁਟੀਏ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰਿ ਉਤਾਰ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖਿਲਾਇ ਸਗਲ ਜਗਤ। ਚਗਿਆਈਆ ਬੁਰਿਆਈਆ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ